Good morning, students. I hope you all are doing well. And today I am going to continue our second chapter. And in this chapter, I am going to discuss about the remaining part of this chapter. ਔਰ ਅੱਜ ਦੇ ਕਨਸੈਪਟ ਦੇ ਵਿੱਚ ਅਕਾਊਂਟਸ ਦੇ ਬਾਰੇ ਇਨਫੋਰਮੇਸ਼ਨ ਜਿਹੜੀ ਉਹ ਡਿਸਕਸ ਕੀਤੀ ਜਾਊਗੀ। ਇਹ ਦੇਖਿਆ ਜਾਊਗਾ ਵੀ ਕਿਹੜੀਆਂ ਐਂਟਰੀਜ਼ ਆ ਜਾਂ ਕਿਹੜੀਆਂ ਵੈਲਿਊਜ਼ ਆ ਜਿਹੜੀਆਂ ਉਹ ਲਈਆਂ ਜਾਣਗੀਆਂ ਅਕਾਊਂਟਸ ਦੇ ਵਿੱਚ ਐਂਟਰੀਜ਼ ਨੂੰ ਲਿਖਣ ਦੇ ਲਈ। ਅਕਾਊਂਟਸ ਦੇ ਵਿੱਚ ਦੋ ਤਰ੍ਹਾਂ ਦੇ ਅਕਾਊਂਟਸ ਹੋਣਗੇ, ਇੱਕ ਤਾਂ ਪਰਸਨਲ ਹੋਣਗੇ ਕਿਸੇ ਦੇ, ਦੂਸਰਾ ਹੋਏਗਾ ਇੰਪਰਸਨਲ। ਜੋ ਪਰਸਨਲ ਅਕਾਊਂਟ ਆ ਉਹਦੇ ਵੀ ਅੱਗੇ ਤਿੰਨ ਟਾਈਪਸ ਨੇ, ਜਿਹਦੇ ਵਿੱਚ ਪਹਿਲਾ ਹੋਏਗਾ ਨੈਚੁਰਲ, ਦੈਨ ਆਰਟੀਫਿਸ਼ਲ, ਉਸ ਤੋਂ ਬਾਅਦ ਰਿਪਰੈਜ਼ੈਂਟੇਟਿਵ ਅਕਾਊਂਟ। ਇੰਪਰਸਨਲ ਦੀਆਂ ਦੋ ਟਾਈਪਸ ਨੇ, ਰੀਅਲ ਔਰ ਨੋਮੀਨਲ। ਔਰ ਰੀਅਲ ਦੇ ਵਿੱਚ ਦੋ ਜਿਹੜੇ ਕੰਸੈਪਟ ਆ ਉਹ ਅੱਗੇ ਆ ਜਾਣਗੇ, ਟੈਂਜੀਬਲ ਔਰ ਇਨਟੈਂਜੀਬਲ। ਇਸ ਵੀਡੀਓ ਦੇ ਵਿੱਚ ਇਹਨਾਂ ਸਾਰੇ ਪੁਆਇੰਟਸ ਨੂੰ ਡਿਟੇਲ ਦੇ ਵਿੱਚ ਡਿਸਕਸ ਕੀਤਾ ਜਾਏਗਾ ਵੀ ਐਕਚੁਅਲ ਦੇ ਵਿੱਚ ਇਹ ਵੈਲਿਊਜ਼ ਹੈ ਕੀ ਆ, ਇਹਨਾਂ ਵੈਲਿਊਜ਼ ਦਾ ਐਕਚੁਅਲ ਮੀਨਿੰਗ ਕੀ ਆ। ਹੁਣ ਫਸਟ 'ਤੇ ਦੇਖੋ ਪਰਸਨਲ ਅਕਾਊਂਟ। ਪਰਸਨਲ ਅਕਾਊਂਟ ਦਾ ਮਤਲਬ ਹੁੰਦਾ ਕਿ ਕਿਸੇ ਰੀਅਲ ਪਰਸਨ ਦਾ ਅਕਾਊਂਟ, ਨੈਚੁਰਲ ਪਰਸਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਕੋਈ ਹਿਊਮਨ ਬੀਂਗ, ਤਾਂ ਉਹਦੀ ਗੱਲ ਕੀਤੀ ਜਾ ਸਕਦੀ ਆ। ਹੁਣ ਇਹ ਨੈਚੁਰਲ ਹੋ ਸਕਦਾ, ਆਰਟੀਫਿਸ਼ਲ ਹੋ ਸਕਦਾ। ਆਰਟੀਫਿਸ਼ਲ ਦਾ ਮਤਲਬ ਹੁੰਦਾ ਕਿ ਜਿਹਨੂੰ ਕਾਨੂੰਨ ਦੀ ਨਿਗਾਹ ਦੇ ਵਿੱਚ ਮਾਨਤਾ ਮਿਲੀ ਹੋਵੇ, ਜਿਹੜਾ ਸਹੀ ਹੋਵੇ ਕਿਹਦੀ ਨਿਗਾਹ ਦੇ ਵਿੱਚ, ਲਾਅ ਦੇ ਮੁਤਾਬਿਕ। ਰਿਪਰੈਜ਼ੈਂਟੇਟਿਵ ਹੋਵੇ, ਜੋ ਕਿਸੇ ਚੀਜ਼ ਨੂੰ ਰਿਪਰੈਜ਼ੈਂਟ ਕਰ ਰਿਹਾ ਹੋਵੇ, ਜੋ ਕਿਸੇ ਅਕਾਊਂਟ ਨੂੰ ਰਿਪਰੈਜ਼ੈਂਟ ਕਰ ਰਿਹਾ ਹੋਵੇ, ਕਿਸੇ ਵੈਲਿਊ ਨੂੰ ਰਿਪਰੈਜ਼ੈਂਟ ਕਰ ਰਿਹਾ ਹੋਵੇ। ਫਸਟ ਦੇਖੋ ਨੈਚੁਰਲ। ਨੈਚੁਰਲ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਕੋਈ ਵੀ ਇਨਸਾਨ ਆ, ਅਗਰ ਕੋਈ ਅਕਾਊਂਟ ਵਗੈਰਾ ਓਪਨ ਕਰਵਾ ਰਿਹਾ ਬੈਂਕ ਦੇ ਵਿੱਚ, ਕਿਸੇ ਵੀ ਫਰਮ ਦੇ ਵਿੱਚ, ਤਾਂ ਜਿਹੜਾ ਉਹਦਾ ਅਕਾਊਂਟ ਹੋਊਗਾ ਉਹਦੀ ਡੀਲਿੰਗ ਕਿਸ ਤਰੀਕੇ ਨਾਲ ਹੋਊਗੀ, ਨੈਚੁਰਲ ਪਰਸਨ ਦੇ ਨਾਲ। ਜਿੰਨੇ ਵੀ ਰੂਲਸ ਲਗਾਏ ਜਾਣਗੇ ਫਿਰ ਨੈਚੁਰਲ ਪਰਸਨ ਦੇ ਹਿਸਾਬ ਨਾਲ ਲਗਾਏ ਜਾਣਗੇ। ਨੈਚੁਰਲ ਪਰਸਨ ਜਿਵੇਂ ਕਿਸੇ ਦਾ ਨਾਮ ਹੋ ਗਿਆ ਰਾਮ ਅਕਾਊਂਟ, ਸ਼ਾਮ ਅਕਾਊਂਟ, ਕੋਈ ਵੀ ਨਾਮ ਹੋ ਸਕਦਾ। ਅੱਗੇ ਹੈ ਆਰਟੀਫਿਸ਼ਲ। ਆਰਟੀਫਿਸ਼ਲ ਅਕਾਊਂਟ ਆ ਜਿਹੜਾ, ਉਹਦਾ ਮਤਲਬ ਇਹ ਹੁੰਦਾ ਕਿ ਜਿਹਦੇ ਵਿੱਚ ਇਨਸਾਨ ਦਾ ਹੋਣਾ ਨਾ ਹੋਣਾ ਜ਼ਰੂਰੀ ਨਹੀਂ ਆ, ਪਰ ਉਹ ਜਿਹੜਾ ਅਕਾਊਂਟ ਆ ਕਾਨੂੰਨ ਦੀ ਨਿਗਾਹ ਦੇ ਵਿੱਚ ਉਹ ਐਗਜ਼ਿਸਟ ਕਰਦਾ ਹੋਣਾ ਚਾਹੀਦਾ। ਇਹਦੇ ਵਿੱਚ ਕਹਿ ਸਕਦੇ ਕਿ ਕੋਈ ਇਨਸਾਨ ਦੀ ਤਰ੍ਹਾਂ ਕੋਈ ਚੱਲ ਫਿਰ ਰਿਹਾ ਨਹੀਂ ਹੋਊਗਾ। ਉਹ ਇੱਕ ਕੋਈ ਸੰਸਥਾ ਦਾ ਨਾਮ ਹੋ ਸਕਦਾ, ਕਿਸੇ ਇੰਸਟੀਟਿਊਟ ਦਾ ਨਾਮ ਹੋ ਸਕਦਾ, ਜਿਵੇਂ ਬੈਂਕ ਦਾ ਨਾਮ ਹੋ ਸਕਦਾ, ਸਕੂਲ ਦਾ ਨਾਮ ਹੋ ਸਕਦਾ, ਕਿਸੇ ਨਾਮ ਦੇ ਕਿਸੇ ਪਰਸਨ ਦੇ ਨਾਮ ਦੇ ਨਾਲ ਜੁੜਿਆ ਕੋਈ ਨਾਮ ਹੋ ਸਕਦਾ। ਵੀ ਜੋ ਚੀਜ਼ ਆਰਟੀਫਿਸ਼ਲ ਤੌਰ 'ਤੇ ਹੈ ਉਹਨੂੰ ਆਰਟੀਫਿਸ਼ਲ ਪਰਸਨ ਬੋਲਿਆ ਜਾਂਦਾ, ਜੋ ਸਿਰਫ ਕਾਨੂੰਨ ਦੀ ਨਿਗਾਹ ਦੇ ਵਿੱਚ ਹੈ। ਰਿਪਰੈਜ਼ੈਂਟੇਟਿਵ ਅਕਾਊਂਟ। ਰਿਪਰੈਜ਼ੈਂਟੇਟਿਵ ਅਕਾਊਂਟ ਹੋਣਗੇ ਜਿਹੜੇ ਕਿਸੇ ਪਰਸਨ ਨੂੰ ਪ੍ਰੈਜ਼ੈਂਟ ਕਰ ਰਹੇ ਹੋਣਗੇ। ਇਹਦੇ ਵਿੱਚ ਕਿਸੇ ਪਰਸਨ ਦੇ ਰਿਲੇਟਿਡ ਇਨਫੋਰਮੇਸ਼ਨ ਹੈ ਜਿਹੜੀ ਉਹ ਡਿਸਕਸ ਕੀਤੀ ਜਾਊਗੀ। ਵੀ ਜਦੋਂ ਕੋਈ ਇੱਕ ਨੰਬਰ ਬਹੁਤ ਲੰਬੇ ਟਾਈਮ ਤੋਂ ਚੱਲਦਾ ਆ ਰਿਹਾ ਤਾਂ ਉਹਦੀ ਜਿਹੜੀ ਕੈਲਕੂਲੇਸ਼ਨ ਆ ਉਹਨੂੰ ਛੋਟਾ ਕਰਨ ਦੇ ਲਈ ਉਹਨੂੰ ਇੱਕ ਹੈਡਿੰਗ ਦਿੱਤਾ ਜਾਂਦਾ, ਤਾਂ ਉਹ ਜਿਹੜੇ ਹੈਡਿੰਗਸ ਆ ਉਹਨੂੰ ਅਸੀਂ ਕੀ ਬੋਲਦੇ ਹਾਂ, ਰਿਪਰੈਜ਼ੈਂਟੇਟਿਵ ਅਕਾਊਂਟ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਦੇਖੋ ਕਿ ਇੱਕ ਜਿਹੜਾ ਪਰਸਨ ਸੀਗਾ ਉਹਨੇ ਲੋਨ ਇੰਟਰਸਟ ਪੇ ਕਰਨਾ ਸੀ ਲੋਨ ਦਾ, ਔਰ ਉਹਨੇ ਲੋਨ ਦਾ ਇੰਟਰਸਟ ਆ ਜਿਹੜਾ 6 ਮਹੀਨੇ ਤੱਕ ਨਹੀਂ ਦਿੱਤਾ, ਕੋਈ ਵੈਲਿਊ ਨਹੀਂ ਦਿੱਤੀ। ਤਾਂ ਹੁਣ ਇਸ ਕੇਸ ਦੇ ਵਿੱਚ ਜਿਹੜੇ ਪਰਸਨ ਨੇ ਲੋਨ ਦਿੱਤਾ ਸੀਗਾ ਜਾਂ ਜਿਹਨੇ ਇੰਟਰਸਟ ਲੈਣਾ ਸੀ, ਉਹਨੂੰ ਜਦੋਂ ਕੋਈ ਪੈਸਾ ਨਹੀਂ ਮਿਲੂਗਾ ਤਾਂ ਉਹ ਆਪਦੀਆਂ ਬੁੱਕਸ ਦੇ ਵਿੱਚ ਐਂਟਰੀ ਪਾਊਗਾ। ਇਹ ਸ਼ੋਅ ਕਰੂਗਾ ਉਹਦੇ ਵਿੱਚ ਕਿ ਇੰਟਰਸਟ ਆ ਜਿਹੜਾ ਉਹ ਆਊਟਸਟੈਂਡਿੰਗ ਚੱਲ ਰਿਹਾ। ਆਊਟਸਟੈਂਡਿੰਗ ਚੱਲ ਰਿਹਾ ਮਤਲਬ ਕਿ ਇੰਟਰਸਟ ਆ ਜਿਹੜਾ ਉਹ ਹਜੇ ਦੇਣ ਵਾਲਾ ਰਹਿੰਦਾ ਏ, ਮੈਨੂੰ ਹਜੇ ਇੰਟਰਸਟ ਜਿਹੜਾ ਉਹ ਨਹੀਂ ਮਿਲਿਆ। ਇੰਟਰਸਟ ਆਊਟਸਟੈਂਡਿੰਗ ਅਕਾਊਂਟ ਆ ਜਿਹੜਾ ਉਹ ਕਹਿ ਸਕਦੇ ਹਾਂ ਕਿ ਪਰਸਨਲ ਅਕਾਊਂਟ ਦੇ ਨਾਲ ਰਿਪਰੈਜ਼ੈਂਟ ਕਰਿਆ ਜਾਂਦਾ। ਇਹਨੂੰ ਪਰਸਨਲ ਅਕਾਊਂਟ ਵੀ ਬੋਲਦੇ ਹਾਂ ਕਿ ਹੈ ਤਾਂ ਇਹ ਪਰਸਨਲ ਅਕਾਊਂਟ ਹੀ ਹੈ, ਬਟ ਇਹ ਕਿਹੜਾ ਹੋਊਗਾ, ਰਿਪਰੈਜ਼ੈਂਟੇਟਿਵ, ਵੀ ਕਿਸੇ ਅਕਾਊਂਟ ਨੂੰ ਰਿਪਰੈਜ਼ੈਂਟ ਕਰ ਰਿਹਾ। ਜਿਵੇਂ ਪ੍ਰੀਪੇਡ ਅਕਾਊਂਟ, ਇੰਸ਼ੋਰੈਂਸ ਅਕਾਊਂਟ, ਅਨਅਰਨਡ ਅਰਨਿੰਗ। ਅਨਅਰਨ ਦਾ ਮਤਲਬ ਹੁੰਦਾ ਕਿ ਜਿਹੜੀ ਹਜੇ ਅਰਨ ਨਹੀਂ ਕੀਤੀ, ਕਮਾਈ ਨਹੀਂ ਜਿਹੜੀ। ਦੂਸਰਾ ਸੈਲਰੀ ਆਊਟਸਟੈਂਡਿੰਗ ਜਾਂ ਕੋਈ ਵੀ ਰੈਂਟ ਜਿਹੜੇ ਰਹਿੰਦੇ ਆ ਪੇ ਕਰਨ ਵਾਲੇ, ਆਊਟਸਟੈਂਡਿੰਗਸ ਵਾਲੇ ਅਕਾਊਂਟਸ ਨੇ ਜਿਹੜੇ ਉਹ ਕਿਹਦੇ ਵਿੱਚ ਆ ਜਾਣਗੇ, ਰਿਪਰੈਜ਼ੈਂਟੇਟਿਵ ਅਕਾਊਂਟ ਦੇ ਵਿੱਚ। ਹੁਣ ਜਿਹੜਾ ਇੰਪਰਸਨਲ ਆ, ਇਹ ਤਾਂ ਸੀਗਾ ਆਪਣੇ ਕੋਲ ਪਰਸਨਲ ਅਕਾਊਂਟ, ਹੁਣ ਆ ਗਿਆ ਇੰਪਰਸਨਲ। ਇੰਪਰਸਨਲ ਦੇ ਵਿੱਚ ਕੀ ਹੋ ਜਾਊਗਾ ਕਿ ਉਹ ਅਕਾਊਂਟਸ ਡਿਸਕਸ ਕੀਤੇ ਜਾਣਗੇ ਜਿਨ੍ਹਾਂ ਦਾ ਲੈਣਾ ਦੇਣਾ ਨਹੀਂ ਹੋਊਗਾ, ਠੀਕ ਹੈ, ਕਿਸੇ ਵੀ ਪਰਸਨ ਦੇ ਨਾਲ, ਵੀ ਹਿਊਮਨ ਬੀਂਗ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆ। ਇਹ ਇੱਕ ਆਰਟੀਫਿਸ਼ਲ ਕਹਿ ਸਕਦੇ ਹਾਂ ਕਿ ਚੀਜ਼ਾਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਹਿਊਮਨ ਦੀਆਂ ਐਂਟਰੀਜ਼ ਜਿਹੜੀਆਂ ਉਹ ਨਹੀਂ ਦੇਖੀਆਂ ਜਾਣਗੀਆਂ। ਫਸਟ ਹੋਏਗਾ ਰੀਅਲ। ਰੀਅਲ ਜਿਹੜੇ ਐਸੈਟਸ ਦੇ ਨਾਲ ਰਿਲੇਟ ਕਰਦੇ ਆ, ਰੀਅਲ ਜਿਹੜੇ ਉਹ ਬਿਜ਼ਨਸ ਦੀ ਪ੍ਰੋਪਰਟੀ ਦੇ ਨਾਲ ਜੁੜੇ ਹੁੰਦੇ ਆ। ਜਿਵੇਂ ਕੋਈ ਬਿਲਡਿੰਗ ਆ, ਕੋਈ ਪਲਾਂਟ ਆ, ਅਸਲ ਦੇ ਵਿੱਚ ਹੈ ਉਹ ਰੀਅਲ ਅਕਾਊਂਟ, ਠੀਕ ਹੈ। ਫਰਨੀਚਰ ਆ, ਕੋਈ ਕੈਸ਼ ਆ,
ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰੀਅਲ ਅਕਾਊਂਟ ਦੇ ਵਿੱਚ ਆ ਜਾਣਗੀਆਂ। ਹੁਣ ਰੀਅਲ ਦੇ ਵਿੱਚ ਵੀ ਦੋ ਤਰ੍ਹਾਂ ਦੇ ਹੋਣਗੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਨੂੰ ਦੋ ਟਾਈਪ ਦੇ ਵਿੱਚ ਡਿਵਾਈਡ ਕੀਤਾ ਜਾ ਸਕਦਾ। ਇੱਕ ਤਾਂ ਅਸੀਂ ਬੋਲਦੇ ਹਾਂ ਟੈਂਜੀਬਲ, ਇੱਕ ਬੋਲਦੇ ਹਾਂ ਇਨਟੈਂਜੀਬਲ। ਹੁਣ ਰੀਅਲ ਅਕਾਊਂਟ ਦੇ ਵਿੱਚ ਜਦੋਂ ਗੱਲ ਅਸੀਂ ਜਿਹੜੀਆਂ ਨਿਰਜੀਵ ਵਸਤੂਆਂ ਦੀ ਕਰਨੀ ਹੈ, ਜਿਹੜੀਆਂ ਤੁਰ ਫਿਰ ਨਹੀਂ ਸਕਦੀਆਂ, ਤਾਂ ਉਹ ਵੀ ਦੋ ਤਰ੍ਹਾਂ ਦੀਆਂ ਹੋਣਗੀਆਂ। ਕਿਹੜੀਆਂ? ਇੱਕ ਹੋਣਗੀਆਂ ਟੈਂਜੀਬਲ, ਦੂਸਰੀ ਹੋਣਗੀਆਂ ਇਨਟੈਂਜੀਬਲ। ਟੈਂਜੀਬਲ ਚੀਜ਼ਾਂ ਦੇ ਵਿੱਚ ਆ ਜਾਣਗੀਆਂ ਲੈਂਡ ਐਂਡ ਬਿਲਡਿੰਗ, ਪਲਾਂਟ ਐਂਡ ਮਸ਼ੀਨਰੀ, ਫਰਨੀਚਰ। ਇਹ ਸਾਰੀਆਂ ਚੀਜ਼ਾਂ ਆਪਣੀਆਂ ਆ ਜਾਣਗੀਆਂ ਟੈਂਜੀਬਲ ਰੀਅਲ ਅਕਾਊਂਟ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਹਾਂ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਜਾ ਸਕਦੇ ਹਾਂ, ਠੀਕ ਹੈ, ਫਿਲ ਕੀਤਾ ਜਾ ਸਕਦਾ, ਮੈਜਰ ਕੀਤਾ ਜਾ ਸਕਦਾ, ਲੈਂਥ ਵਗੈਰਾ ਮੈਜਰ ਜਿਹੜੀ ਹੈ ਉਹ ਕੀਤੀ ਜਾ ਸਕਦੀ ਆ, ਸਾਰੀਆਂ ਚੀਜ਼ਾਂ ਨੂੰ ਮੈਜਰ ਕੀਤਾ ਜਾ ਸਕਦਾ। ਅੱਗੇ ਹੈ ਆਪਣੇ ਕੋਲ ਇਨਟੈਂਜੀਬਲ। ਇਨਟੈਂਜੀਬਲ ਦਾ ਮਤਲਬ ਹੁੰਦਾ ਕਿ ਜਿਨ੍ਹਾਂ ਚੀਜ਼ਾਂ ਨੂੰ ਨਾ ਤਾਂ ਅਸੀਂ ਟੱਚ ਕਰ ਸਕਦੇ ਹਾਂ, ਠੀਕ ਹੈ, ਨਾ ਹੀ ਉਹਨਾਂ ਨੂੰ ਦੇਖਿਆ ਜਾ ਸਕਦਾ। ਉਹਦੇ ਵਿੱਚ ਕਿਹੜੀਆਂ ਚੀਜ਼ਾਂ ਕਵਰ ਹੋ ਜਾਣਗੀਆਂ? ਜਿਵੇਂ ਕਿਸੇ ਕੰਪਨੀ ਦੀ ਗੁੱਡਵਿਲ ਅਕਾਊਂਟ। ਗੁੱਡਵਿਲ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਗੁੱਡਵਿਲ ਦਾ ਮਤਲਬ ਹੁੰਦਾ ਕਿ ਕੰਪਨੀ ਦੀ ਮਾਰਕੀਟ ਦੇ ਵਿੱਚ ਰੈਪੂਟੇਸ਼ਨ, ਔਰ ਇਹ ਰੈਪੂਟੇਸ਼ਨ ਮਨੀ ਦੇ ਵਿੱਚ ਮੈਜਰ ਕੀਤੀ ਜਾਂਦੀ ਹੈ ਵੀ ਪੈਸੇ ਦੇ ਤੌਰ 'ਤੇ ਬਿਜ਼ਨਸ ਕਿੰਨਾ ਕੁ ਜ਼ਿਆਦਾ ਫਾਇਦੇ 'ਚ ਆ, ਕਿੰਨੀ ਕੁ ਜ਼ਿਆਦਾ ਇਨਕਮ ਦੇ ਜ਼ਰੀਏ ਹੈ ਬਿਜ਼ਨਸ ਦੇ ਕੋਲ। ਕਿਸੇ ਚੀਜ਼ ਦਾ ਕਾਪੀਰਾਈਟ, ਠੀਕ ਹੈ, ਕੋਈ ਟ੍ਰੇਡਮਾਰਕ ਅਕਾਊਂਟ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਕੋਲ ਆ ਜਾਣਗੀਆਂ। ਅੱਗੇ ਹੈ ਨੋਮੀਨਲ ਅਕਾਊਂਟ। ਨੋਮੀਨਲ ਅਕਾਊਂਟ ਦਾ ਮਤਲਬ ਹੁੰਦਾ ਕਿ ਜਦੋਂ ਆਪਾਂ ਪ੍ਰੋਫਿਟ ਐਂਡ ਲੋਸ ਦੀ ਕੈਲਕੂਲੇਸ਼ਨ ਨੂੰ ਦੇਖਦੇ ਹਾਂ, ਜਿਹਦੇ ਵਿੱਚ ਬਿਜ਼ਨਸ ਦੇ ਖਰਚੇ ਔਰ ਜਿਹੜਾ ਗੇਨ ਆ ਉਹਨੂੰ ਦੇਖਿਆ ਜਾਂਦਾ। ਐਕਸਪੈਂਸਿਸ ਐਂਡ ਜਿਹੜੇ ਗੇਨ ਆ ਉਹਨਾਂ ਨੂੰ ਜਦੋਂ ਦੇਖਿਆ ਜਾਂਦਾ, ਰਿਕਾਰਡ ਕੀਤਾ ਜਾਂਦਾ ਬਿਜ਼ਨਸ ਦੇ ਵਿੱਚ, ਉਹਨੂੰ ਅਸੀਂ ਨੋਮੀਨਲ ਅਕਾਊਂਟ ਬੋਲਦੇ ਹਾਂ। ਨੋਮੀਨਲ ਕਿਹੜੀਆਂ ਚੀਜ਼ਾਂ ਆ ਜਾਣਗੀਆਂ ਅਕਾਊਂਟ ਦੇ ਵਿੱਚ? ਕੋਈ ਸੈਲਰੀ ਪੇ ਕਰ ਰਹੇ ਹਾਂ ਜਿਹਦਾ ਲੈਣਾ ਦੇਣਾ ਪ੍ਰੋਫਿਟ ਔਰ ਲੋਸ ਦੇ ਨਾਲ ਆ, ਬਿਜ਼ਨਸ ਐਕਸਪੈਂਸਿਸ ਦੇ ਨਾਲ ਆ, ਸੈਲਰੀ ਅਕਾਊਂਟ, ਰੈਂਟ ਅਕਾਊਂਟ, ਡਿਸਕਾਊਂਟ ਅਕਾਊਂਟ, ਇੰਟਰਸਟ ਅਕਾਊਂਟ, ਇਹ ਸਾਰੀਆਂ ਚੀਜ਼ਾਂ ਆਪਣੀਆਂ ਨੋਮੀਨਲ ਅਕਾਊਂਟ ਦੀਆਂ ਐਂਟਰੀਆਂ ਹੋ ਜਾਣਗੀਆਂ। ਅੱਗੇ ਹੈ ਕਲਾਸੀਫਿਕੇਸ਼ਨ ਜਾਂ ਅਪਰੋਚਿਸ ਆ ਜਿਹੜੇ ਅਕਾਊਂਟਸ ਦੇ ਕੀ ਹੋਣਗੇ। ਇਹਦੇ ਵਿੱਚ ਦੋ ਅਪਰੋਚ ਹੋਣਗੇ। ਇੱਕ ਤਾਂ ਹੋਊਗਾ ਟਰਡੀਸ਼ਨਲ ਅਪਰੋਚ, ਠੀਕ ਹੈ, ਇੱਕ ਹੋਊਗਾ ਆਪਣੇ ਕੋਲੇ ਮਾਡਰਨ ਅਪਰੋਚ। ਦੋ ਯਾਦ ਰੱਖ ਲਿਓ, ਟਰਡੀਸ਼ਨਲ ਅਪਰੋਚ ਔਰ ਮਾਡਰਨ। ਟਰਡੀਸ਼ਨਲ ਦਾ ਮਤਲਬ ਹੁੰਦਾ ਕਿ ਪੁਰਾਣੇ ਟਾਈਮ ਦੇ ਵਿੱਚ ਕਿਹੜੇ ਅਪਰੋਚ ਸੀਗੇ ਜਾਂ ਕਿਹੜੀ ਪਹੁੰਚ ਦੇਖੀ ਜਾਂਦੀ ਸੀ। ਹੋਣਗੇ ਤਿੰਨੋਂ ਹੀ, ਰੀਅਲ, ਪਰਸਨਲ ਔਰ ਨੋਮੀਨਲ। ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹ, ਬਿਲਕੁਲ ਬੇਸਿਕ ਫਾਰਮਸ ਨੇ, ਪਰ ਇਹਨਾਂ ਤੋਂ ਬਿਨਾਂ ਅਕਾਊਂਟ ਆ ਜਿਹੜਾ ਉਹ ਕੰਪਲੀਟ ਨਹੀਂ ਕੀਤਾ ਜਾ ਸਕਦਾ। ਸਾਰੀਆਂ ਐਂਟਰੀਆਂ ਇਹਨਾਂ ਤਿੰਨਾਂ ਰੂਲਸ 'ਤੇ ਬੇਸਡ ਆ। ਅੱਗੇ ਦੇਖੋ ਮੀਨਿੰਗ ਦੇ ਵਿੱਚ, ਹੁਣ ਜਿਹੜਾ ਪਰਸਨਲ ਅਕਾਊਂਟ ਆ ਉਹ ਕਿਸੇ ਨੈਚੁਰਲ ਪਰਸਨ, ਆਰਟੀਫਿਸ਼ੀਅਲ ਔਰ ਰਿਪਰੈਜ਼ੈਂਟੇਟਿਵ ਪਰਸਨ ਦੇ ਨਾਲ ਡੀਲ ਕਰਦਾ। ਕੋਈ ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਸ਼ਾਮ ਵਗੈਰਾ ਦਾ ਨਾਮ ਨੈਚੁਰਲ ਦੇ ਵਿੱਚ ਸ਼ਾਮ ਆ ਜਾਊਗਾ, ਆਰਟੀਫਿਸ਼ੀਅਲ ਦੇ ਵਿੱਚ ਸ਼ਾਮ ਐਂਡ ਕੰਪਨੀ, ਰਿਪਰੈਜ਼ੈਂਟੇਟਿਵ ਦੇ ਵਿੱਚ ਆਊਟਸਟੈਂਡਿੰਗ ਵੇਜਿਸ ਅਕਾਊਂਟ, ਠੀਕ ਹੈ। ਹੁਣ ਦੂਸਰੀ ਤਰਫ ਆ ਜਾਊਗਾ ਰੀਅਲ। ਹੁਣ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਟੈਂਜੀਬਲ ਅਤੇ ਇਨਟੈਂਜੀਬਲ ਹੋਣਗੀਆਂ, ਠੀਕ ਹੈ। ਟੈਂਜੀਬਲ ਕਿਹੜੀਆਂ? ਬਿਲਡਿੰਗ ਕੋਈ ਹੋ ਸਕਦੀ ਆ, ਕੋਈ ਮਸ਼ੀਨਰੀ, ਕੋਈ ਪਲਾਂਟ, ਠੀਕ ਹੈ। ਇਨਟੈਂਜੀਬਲ ਜਿਨ੍ਹਾਂ ਨੂੰ ਨਹੀਂ ਦੇਖ ਸਕਦੇ ਉਹ ਹੋ ਗਈ ਆਪਣੀ ਗੁੱਡਵਿਲ। ਅੱਗੇ ਹੈ ਜਿਹੜੇ ਅਕਾਊਂਟ ਨੋਮੀਨਲ ਦੇ ਨਾਲ ਰਿਲੇਟ ਕਰਦੇ ਆ, ਠੀਕ ਹੈ, ਉਹਦੇ ਵਿੱਚ ਹੋਣਗੇ ਐਕਸਪੈਂਸਿਸ, ਲੋਸਿਸ ਐਂਡ ਇਨਕਮ। ਐਕਸਪੈਂਸਿਸ, ਲੋਸਿਸ ਐਂਡ ਇਨਕਮ ਨੇ ਜਿਹੜੇ ਉਹ ਸਾਡੇ ਨੋਮੀਨਲ ਅਕਾਊਂਟ ਦੇ ਵਿੱਚ ਆ ਜਾਣਗੇ। ਹੁਣ ਐਕਸਪੈਂਸਿਸ ਹੁੰਦੇ ਆ ਜਦੋਂ ਬਿਜ਼ਨਸ ਨੇ ਕਿਸੇ ਨੂੰ ਡਿਸਕਾਊਂਟ ਦਿੱਤਾ, ਥੋੜ੍ਹੀ ਜਿਹੀ ਛੋਟ ਦੇਤੀ ਆਪਣੇ ਕਸਟਮਰ ਨੂੰ। ਹੁਣ ਕਸਟਮਰ ਦੇ ਲਈ ਉਹ ਫਾਇਦਾ, ਬਟ ਬਿਜ਼ਨਸ ਦਾ ਨੁਕਸਾਨ ਆ। ਕਿੱਥੇ ਬਿਜ਼ਨਸ ਨੇ ਜ਼ਿਆਦਾ ਅਰਨ ਕਰਨਾ ਸੀ, ਕਿੱਥੇ ਉਹਨਾਂ ਨੂੰ ਘੱਟ ਮਿਲੇਗਾ। ਕੋਈ ਲਾਸ ਹੋ ਗਿਆ, ਠੀਕ ਹੈ, ਕੋਈ ਇਨਕਮ ਦਾ ਹੋ ਗਿਆ, ਕਿਸੇ ਚੀਜ਼ ਦਾ ਪ੍ਰਾਪਤ ਹੋ ਜਾਣਾ, ਕੋਈ ਗੇਨ ਹੋ ਗਿਆ, ਪੈਸੇ ਮਿਲ ਜਾਣੇ, ਡਿਸਕਾਊਂਟ ਰਿਸੀਵ ਹੋਣਾ, ਉਹ ਵੀ ਇੱਕ ਤਰ੍ਹਾਂ ਦੀ ਇਨਕਮ ਆ, ਠੀਕ ਹੈ। ਇਹ ਸਾਰੀ ਚੀਜ਼ਾਂ ਨੋਮੀਨਲ ਦੇ ਵਿੱਚ ਆ ਜਾਣਗੀਆਂ। ਹੁਣ ਇਸ ਤੋਂ ਬਾਅਦ ਹੈ ਆਪਣੇ ਕੋਲੇ ਮਾਡਰਨ ਅਪਰੋਚ। ਮਾਡਰਨ ਅਪਰੋਚ ਦੇ ਵਿੱਚ ਕੀ ਹੋ ਜਾਊਗਾ ਵੀ ਸਾਡੇ ਕੋਲ ਜਿਹੜੀਆਂ ਵੈਲਿਊਜ਼ ਆ, ਠੀਕ ਹੈ, ਉਹਨਾਂ ਨੂੰ ਅਲੱਗ ਵੇ ਦੇ ਨਾਲ ਇਹਨਾਂ ਨੇ ਕਲਾਸੀਫਾਈ ਕੀਤਾ ਹੋਊਗਾ, ਉਹ ਵੀ 5 ਕੈਟਾਗਰੀਜ਼ ਦੇ ਵਿੱਚ। ਜਿਵੇਂ ਉੱਥੇ ਰੀਅਲ, ਪਰਸਨਲ ਔਰ ਨੋਮੀਨਲ ਸੀ, ਇੱਥੇ ਹੋ ਜਾਣਗੇ ਐਸੈਟਸ, ਲਾਇਬਿਲਿਟੀ, ਕੈਪੀਟਲ, ਰੈਵਨਿਊ ਐਂਡ ਐਕਸਪੈਂਸਿਸ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਇੱਥੇ ਦੇਖਣ ਨੂੰ ਮਿਲਣਗੀਆਂ। ਹੁਣ ਜਿਹੜੇ ਐਸਿਡਸ ਅਕਾਊਂਟ ਨੇ ਉਹ ਟੈਂਜੀਬਲ ਔਰ ਇਨਟੈਂਜੀਬਲ ਚੀਜ਼ਾਂ ਹੋਣਗੀਆਂ। ਐਸਿਡ ਦਾ ਮਤਲਬ ਕੀ ਹੁੰਦਾ? ਸੰਪੱਤੀ। ਔਰ ਸੰਪੱਤੀ ਹੈ ਜਿਹੜੀ ਉਹਦੇ ਵਿੱਚ ਬਿਲਡਿੰਗ, ਲੈਂਡ, ਇਹ ਸਾਰੀਆਂ ਚੀਜ਼ਾਂ ਆ ਜਾਣਗੀਆਂ। ਅਤੇ ਇਨਟੈਂਜੀਬਲ ਦੇ ਵਿੱਚ ਆ ਜੂਗੀ ਗੁੱਡਵਿਲ ਔਰ ਕੋਈ ਉਹਨਾਂ ਦੇ ਪੇਟੈਂਟ ਅਧਿਕਾਰ ਆ। ਅੱਗੇ ਹੈ ਸਾਡੇ ਕੋਲ ਲਾਇਬਿਲਿਟੀਜ਼। ਲਾਇਬਿਲਿਟੀਜ਼ ਦਾ ਮਤਲਬ ਹੁੰਦਾ ਦੇਣਦਾਰੀਆਂ, ਕਿ ਬਿਜ਼ਨਸ ਦੇ ਪੈਸੇ ਕਿੰਨੇ ਦੇਣ ਵਾਲੇ ਆ।
ਕਿੰਨੀਆਂ ਚੀਜ਼ਾਂ ਉਹਨਾਂ ਨੇ ਹਜੇ ਜਿਹੜੇ ਖਰਚੇ ਜਿਹੜੇ ਉਹਨਾਂ ਨੇ ਹਜੇ ਦੇਣੇ ਆ, ਲਾਇਬਿਲਟੀਜ਼ ਦੇਣਦਾਰੀਆਂ। ਔਰ ਇਹ ਜਿਹੜੇ ਅਕਾਊਂਟਸ ਹੋਣਗੇ ਇਹ ਜ਼ਿੰਮੇਵਾਰੀਆਂ ਜਿਹੜੀਆਂ ਫਾਈਨੈਂਸ਼ੀਅਲ ਜ਼ਿੰਮੇਵਾਰੀਆਂ, ਓਬਲੀਗੇਸ਼ਨ ਜ਼ਿੰਮੇਵਾਰੀਆਂ ਉਹਨਾਂ ਦੇ ਨਾਲ ਜੁੜੀਆਂ ਹੋਣਗੀਆਂ, ਜਿਹਦੇ ਵਿੱਚ ਉਹਨਾਂ ਨੇ ਆਪਦੇ ਜਿਹੜੇ ਖਰਚੇ ਆ ਉਹਨਾਂ ਨੂੰ ਪੇ ਕਰਨਾ ਹੋਏਗਾ। ਕੋਈ ਐਕਸਪੈਂਸਿਸ ਦੇਣ ਵਾਲੇ ਰਹਿੰਦੇ ਆ, ਕੋਈ ਓਵਰਡਰਾਫਟ ਰਹਿੰਦਾ ਹੈ, ਕੋਈ ਲੋਨਸ ਰਹਿੰਦੇ ਆ, ਉਹ ਪੇ ਕਰਨ ਵਾਲੇ ਹੋਣਗੇ, ਤਾਂ ਉਹ ਲਾਇਬਿਲਟੀਜ਼ ਆ। ਅੱਗੇ ਹੈ ਕੈਪੀਟਲ। ਕੈਪੀਟਲ ਦਾ ਮਤਲਬ ਹੁੰਦਾ ਕਿ ਪੂੰਜੀ, ਕਿ ਬਿਜ਼ਨਸ ਕੋਲੇ ਕਿੰਨਾ ਕੁ ਪੈਸਾ ਹੈ, ਬਿਜ਼ਨਸਮੈਨ ਕੋਲੇ ਕਿੰਨਾ ਕੁ ਪੈਸਾ ਹੈ। ਔਰ ਇਹਦੇ ਵਿੱਚ ਬਿਜ਼ਨਸ ਦੀ ਕੈਪੀਟਲ ਔਰ ਡਰਾਇੰਗ ਨੂੰ ਹੀ ਦੇਖਿਆ ਜਾਊਗਾ। ਡਰਾਇੰਗ ਦਾ ਮਤਲਬ ਹੁੰਦਾ ਕਿ ਜਦੋਂ ਬਿਜ਼ਨਸਮੈਨ ਆਪਦੇ ਪਰਸਨਲ ਖਰਚਿਆਂ ਦੇ ਲਈ ਕੰਪਨੀ ਦਾ ਪੈਸਾ ਵਰਤਦਾ ਹੈ, ਔਰ ਉਹ ਚੀਜ਼ ਨੂੰ ਅਸੀਂ ਡਰਾਇੰਗ ਬੋਲਦੇ ਹਾਂ। ਰੈਵਨਿਊ ਅਕਾਊਂਟ ਹੁੰਦਾ ਆਮਦਨੀ, ਆਮਦਨ ਜਿੱਥੋਂ ਮਿਲਦੀ ਹੈ ਬਿਜ਼ਨਸਮੈਨ ਨੂੰ, ਜਿੱਥੋਂ ਪੈਸੇ ਮਿਲਣ ਦੇ ਚਾਂਸਿਸ ਆ, ਉਹਨੂੰ ਅਸੀਂ ਰੈਵਨਿਊ ਅਕਾਊਂਟ ਬੋਲਦੇ ਹਾਂ। ਔਰ ਇਹ ਅਕਾਊਂਟਸ ਨੇ ਜਿਹੜੇ ਉਹ ਜ਼ਿਆਦਾਤਰ ਚਾਰਜ ਕੀਤੇ ਜਾਂਦੇ ਆ ਉਹਨਾਂ ਗੁਡਸ 'ਤੇ ਜਿਹੜੀਆਂ ਅਸੀਂ ਸੇਲ ਕਰਨੀਆਂ। ਹੁਣ ਜਿਵੇਂ ਕੋਈ ਸਮਾਨ ਸੇਲ ਕੀਤਾ, ਕੋਈ ਮਟੀਰੀਅਲ ਬਣਾਇਆ, ਉਹਨੂੰ ਬਾਅਦ ਦੇ ਵਿੱਚ ਸੇਲ ਕੀਤਾ, ਤਾਂ ਉਹ ਕੀ ਹੈ, ਸਾਡੀ ਇੱਕ ਤਰ੍ਹਾਂ ਦੀ ਆਮਦਨ ਆ। ਤਾਂ ਉਹ ਆਮਦਨ ਨੂੰ ਅਲੱਗ ਅਕਾਊਂਟ ਦੇ ਵਿੱਚ ਰਿਕਾਰਡ ਕੀਤਾ ਜਾਂਦਾ, ਜਿਹਨੂੰ ਅਸੀਂ ਰੈਵਨਿਊ ਅਕਾਊਂਟ ਬੋਲਦੇ ਹਾਂ। ਇਹਦੀਆਂ ਐਗਜ਼ਾਮਪਲਸ ਹੋਣਗੀਆਂ ਸੇਲ, ਡਿਸਕਾਊਂਟ ਰਿਸੀਵ ਹੋਣਾ, ਕਮਿਸ਼ਨ ਰਿਸੀਵ ਹੋਣਾ, ਡਿਵੀਡੈਂਡ ਰਿਸੀਵ ਹੋਣਾ, ਰਾਇਲਟੀ ਰਿਸੀਵ ਹੋਣਾ, ਇਹ ਸਾਰੀਆਂ ਚੀਜ਼ਾਂ। ਅੱਗੇ ਹੈ ਐਕਸਪੈਂਸਿਸ। ਐਕਸਪੈਂਸਿਸ ਦਾ ਮਤਲਬ ਹੁੰਦਾ ਖਰਚੇ। ਯਾਰ ਇਹ ਜਿਹੜੇ ਅਕਾਊਂਟਸ ਆ ਇਹ ਰਿਲੇਟ ਕਰਦੇ ਆ ਵੀ ਜਿਹੜੇ ਸਾਨੂੰ ਲੋਸਿਸ ਹੋਏ ਆ ਪੈਸਾ ਕਮਾਉਣ ਦੇ ਟਾਈਮ, ਜਦੋਂ ਅਸੀਂ ਪੈਸਾ ਕਮਾਉਣ ਬਾਰੇ ਸੋਚ ਰਹੇ ਸੀ ਜਾਂ ਪ੍ਰੋਸੈਸ ਲੱਗ ਰਹੇ ਸੀ, ਉਦੋਂ ਜਿਹੜੇ ਨੁਕਸਾਨ ਹੋਇਆ ਉਹਨਾਂ ਨੂੰ ਅਸੀਂ ਲੋਸਿਸ ਬੋਲਦੇ ਹਾਂ। ਔਰ ਇਹਦੇ ਵਿੱਚ ਕਿਹੜੇ ਕਿਹੜੇ ਹੋਣਗੇ, ਕੋਈ ਸਮਾਨ ਖਰੀਦਿਆ ਉਹ ਨੁਕਸਾਨ ਹੈ, ਇੱਕ ਤਰ੍ਹਾਂ ਦਾ ਖਰਚਾ ਹੈ। ਕਿਸੇ ਨੂੰ ਡਿਸਕਾਊਂਟ ਦੇਣਾ ਖਰਚਾ ਹੈ। ਰਾਇਲਟੀ ਪੇ ਕਰਨੀ, ਠੀਕ ਹੈ, ਇਹ ਵੀ ਇੱਕ ਤਰ੍ਹਾਂ ਦਾ ਖਰਚਾ ਹੈ। ਇੰਟਰਸਟ ਪੇਏਬਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਖਰਚੇ ਆ। ਜਾਂ ਕੋਈ ਲਾਸ ਹੋ ਜਾਣਾ, ਇਹ ਸਾਰੀਆਂ ਚੀਜ਼ਾਂ ਖਰਚੇ ਆ। ਬਸ ਇਹੀ ਸੀ ਅੱਜ ਦੇ ਆਪਣੇ ਕੰਸੈਪਟ। ਆਈ ਹੋਪ ਕਿ ਤੁਸੀਂ ਇਹਨਾਂ ਨੂੰ ਸਮਝਿਆ ਹੋਏਗਾ। ਕੱਲ੍ਹ ਤੋਂ ਜਿਹੜਾ ਕੰਸੈਪਟ ਸਟਾਰਟ ਹੋਏਗਾ ਉਹ ਨੂਮੈਰੀਕਲ ਪਾਰਟ ਹੋਏਗਾ, ਸੋ ਉਹਨਾਂ ਚੀਜ਼ਾਂ ਨੂੰ ਪ੍ਰੋਪਰਲੀ ਅੰਡਰਸਟੈਂਡ ਕਰਨਾ। ਅਗਰ ਕੋਈ ਡਾਊਟ ਹੋਇਆ ਤਾਂ ਨਾਲ ਦੇ ਨਾਲ ਕਲੀਅਰ ਕਰ ਲਿਓ। ਥੈਂਕ ਯੂ, ਹੈਵ ਅ ਨਾਈਸ ਡੇ।